ਦੇਵੀ ਦੇਵਤਾ 84 ਲੱਖ ਜੂਨ ਜਿਹਨੂੰ ਚੰਦ ਸੂਰਜ ਤਾਰੇ ਧਰਤੀ ਆਕਾਸ਼ ਪਾਉਣ ਪਾਣੀ ਅੱਗ ਗਾਉਂਦੇ ਆ। ਜੇ ਉਹਦਾ ਰਾਹ ਪੁੱਛਣ ਵਾਲਾ ਤਾਂ ਕਹਿੰਦਾ ਤੇਰੀ ਜਾਤ ਕੀ ਹੈ। ਜੇ ਉਹਦਾ ਰਾਹ ਪੁੱਛੇਗਾ ਤਾਂ ਤੂੰ ਜਾਤ ਪੁੱਛੇਗਾ ਚਾਹੇ ਤੇਰੀ ਜਾਤ ਕੀ ਹੈ। ਕਿਹੜੇ ਰਾਹ ਆਪਾਂ ਸ਼ੁਰੂ ਕਰ ਲਈ ਫਿਰ ਨਾ ਕਿਹੜੇ ਰਾਹ ਜਾਣਾ ਵੀ ਉਸ ਦੇ ਵਿੱਚ ਇਉਂ ਹੈ ਨਾ। ਇਸ ਦੇ ਵਿੱਚ ਬੜੇ ਤੇ ਪਿਆਰ ਤੇ ਸਤਿਕਾਰ ਦੇ ਨਾਲ ਆਪਾਂ ਗੱਲ ਕਰਦੇ ਹਾਂ। ਠੀਕ ਹੈ ਨਹੀਂ ਸ਼ੁਰੂ ਕਰ ਲਓ ਵੀ ਜਿਵੇਂ ਆਮ ਖਾਸੇ ਲਿਖਿਆ ਵੀ ਅਕਲ ਬੰਦ ਕਚਹਿਰੀਆਂ ਮਸਤ ਰਹਿੰਦਾ ਮੂਰਖ ਮਸਤ ਰਹੇ ਵਿੱਚ ਮੇਲਿਆਂ ਦੇ ਬਾਗ ਦੇ ਵਿੱਚ ਖਜੂਰ ਮਸਤ ਰਹਿੰਦੀ ਤੇ ਅੰਬ ਮਸਤ ਰਹਿੰਦਾ ਵਿੱਚ ਕੇਲਿਆਂ ਦੇ। ਅੰਬ ਮਸਤ ਰਹਿੰਦਾ ਵਿੱਚ ਕੇਲਿਆਂ ਦੇ ਪਾਣੀ ਵਿੱਚ ਘੁਮਾਲ ਦੇ ਮਸਤ ਰਹੇ ਸ਼ਰਾਬ ਮਸਤ ਦੇ ਵਿੱਚ ਪਿਆਲਿਆਂ ਦੇ। ਮਾਂ ਪੁੱਤਰਾਂ ਵਿੱਚ ਜੋ ਮਸਤ ਰਹੇ ਗੁਰੂ ਮਸਤ ਰਹਿੰਦਾ ਵਿੱਚ ਚੇਲਿਆਂ ਦੇ। ਬਾਦਸ਼ਾਹ ਤਖਤ ਤੇ ਮਸਤ ਰਹਿੰਦਾ ਸ਼ੇਰ ਮਸਤ ਰਹਿੰਦਾ ਵਿੱਚ ਵੇਲਿਆਂ ਦੇ। ਵਾਰੇ ਸ਼ਾਹ ਵਿਚਾਰ ਕੇ ਗੱਲ ਕਰੀਏ ਫੱਟ ਮੇਲੇ ਨਹੀਂ ਵੱਜਿਆ ਸੇਲਿਆਂ ਦੇ। ਠੀਕ ਹੈ ਨੀ ਜੋਗੀਆਂ ਦੇ ਜੋਗ ਵਿੱਚ ਭੂਤ ਨਹੀਂ ਲੁਕਦਾ ਤੇ ਆਦਮੀ ਨਹੀਂ ਗੁਜ਼ਰੇ ਰਹਿੰਦੇ ਕੰਮ ਕਾਰ ਦੇ। 14ਵੀਂ ਦੀ ਰਾਤ ਚੰਦ ਛਿਪਣਾ ਨਹੀਂ ਤਾਰਿਆਂ ਤੋਂ ਤੇ ਲੱਛਣ ਮਲੂਮ ਹੁੰਦੇ ਨਾਰ ਬਦਕਾਰ ਦੇ। ਲਾਲੜੀ ਨਹੀਂ ਗੁੱਝੀ ਰਹਿੰਦੀ ਮੋਤੀਆਂ ਦੇ ਹਾਰ ਵਿੱਚ ਤੇ ਕਾਗ ਨਹੀਂ ਛਪੇਂਦਾ ਵਿੱਚ ਤੋਤਾ ਨਹੀਂ ਡਾਰਦੇ। ਅੱਗ ਵਿੱਚ ਗੁੱਝਾ ਨਹੀਂ ਬਰੂਦ ਰਹਿੰਦਾ ਭਗਵਾਨ ਸਿੰਘਾ ਤੇ ਨੈਣ ਗੁੱਝੇ ਨਹੀਂ ਰਹਿੰਦੇ ਠੱਗ ਚੋਰ ਜਾਤੇ। ਠੀਕ ਹੈ ਨੀ ਇਸ਼ਕ ਜਿਨ੍ਹਾਂ ਨੂੰ ਲੱਗ ਜਾਂਦਾ ਤੇ ਉਹ ਸੁੱਕ ਜਾਂਦੇ ਨੇ ਵਾਂਗ ਕਾਨਿਆਂ ਦੇ। ਕੁਝ ਸੁੱਕ ਜਾਂਦੇ ਕੁਝ ਸੜ ਜਾਂਦੇ ਕੁਛ ਲੋਕੀ ਮਾਰਦਿਆਂ ਨਾਲ ਤਾਨਿਆਂ ਦੇ। ਜਿੱਥੇ ਇਸ਼ਕ ਮਜਾਜ ਦਾ ਪਵੇ ਜਲਵਾ ਅਕਲ ਗੁੰਮ ਜਿਉ ਵੱਡਿਆਂ ਦਾਨਿਆਂ ਦੇ। ਇਸ਼ਕ ਦਾ ਕੈਦੀ ਨਾ ਛੁੱਟੇ ਸੋਹਣ ਸਿੰਘਾ ਕੈਦੀ ਛੁੱਟ ਗਏ ਨੇ ਸਾਰੇ ਜੇਲ੍ਹ ਖਾਨਿਆਂ ਦੇ। ਜਿਹਨੂੰ ਇਸ਼ਕ ਲੱਗ ਗਿਆ ਉਹ ਛੁੱਟੂਗਾ ਨਹੀਂ। ਕਿਹਾ ਵੀ ਆਮ ਖਾਸ ਕਿਹਾ ਬਈ ਇਸ਼ਕ ਅਮਾਨ ਸੀ ਹੱਥ ਤੇਰੇ ਤੂੰ ਵੰਡ ਬੈਠਾ ਹੋਰ ਤਾਈਂ। ਰੱਬ ਹੋਰ ਗਨਾਹੀਆਂ ਨੂੰ ਬਖਸ਼ ਦਿੰਦਾ ਤੇ ਨਹੀਂ ਬਖਸ਼ਦਾ ਇਸ਼ਕ ਦੇ ਚੋਰ ਤਾਈਂ। ਇਹ ਨਹੀਂ ਬਖਸ਼ਿਆ ਜਾਂਦਾ। ਇਹ ਗੱਲ ਦਾ ਜਿਹੜੀ ਗੱਲ ਆਪਾਂ ਕਰਦੇ ਨਾ ਇਹ ਗੱਲ ਸੁਣ ਕੇ ਇਹਦਾ ਖੋਜ ਕਰਕੇ ਵੇਖਿਓ ਵੀ ਇਹ ਗੱਲ ਕਿੱਥੇ ਜਾਊਗੀ। ਇਸ ਗੱਲ ਬਹੁਤ ਡੂੰਘੀ ਤੇ ਬਹੁਤ ਉੱਚੀ ਉਹਦੀ ਜੜ ਨਹੀਂ ਹੈਗੀ। ਕਿਉਂਕਿ ਆਮ ਸ਼ਾਇਦ ਜੇ ਆਪਾਂ ਗੱਲ ਕਰੀਏ ਇੱਕ ਮਹਾਵੀਰ ਹਨੂੰਮਾਨ ਯੋਧਾ ਹੋਇਆ ਉਹ ਪਹਾੜ ਝੁੱਕ ਲੈਂਦਾ ਸੀ ਤੇ ਐਡਾ ਯੋਧਾ ਸੀ ਉਹ ਗੋਡਾ ਮਾਰ ਕੇ ਧਰਤੀ ਵੀ ਹਿਲਾਉਂਦਾ ਸੀ। ਕਿਉਂਕਿ ਕਹਿੰਦਾ ਰੱਬ ਭਗਤਾਂ ਨੇ ਵਸ ਕੀਤਾ ਪ੍ਰੇਮ ਦੀਆਂ ਡੋਰਾਂ ਪਾ ਕੇ। ਕਿਉਂਕਿ ਜਿਹੜਾ ਸਵਾਮੀ ਵਾਲਮੀਕ ਜੀ ਹੋਇਆ ਉਹ ਤਾਂ ਇੱਕ ਨਿੱਕੀ ਜਿਹੀ ਜਾਤ ਦਾ ਮਜ਼੍ਹਬੀ ਸੀ ਨਾ ਤੇ ਸੀ ਤੇ ਭਗਤ। ਉਧਰ ਰਾਮਚੰਦਰ ਸੀ ਉਹ ਰੱਬ ਸੀਗਾ ਉਹਦਾ ਬਿਲਕੁਲ ਰੱਬ ਸੀਗਾ। ਉਹ ਉਸ ਦਾ ਵਜ਼ੀਰ ਸੀ ਉਹ ਹਨੂੰਮਾਨ ਰਾਮਚੰਦਰ ਦਾ। ਉਹ ਇੱਕ ਨਾ ਐਸਾ ਮੌਕਾ ਆਇਆ ਇਸ ਨੇ ਵਾਲਮੀਕ ਨੇ ਅਮਰ ਵੇਲ ਦੀ ਬੇੜ ਬਣਾ ਕੇ ਲਹੂ ਤੇ ਕੁਸ਼ੂ ਤੋਂ ਮੁਸ਼ਕਾਂ ਦੇ ਕੇ ਬਣਾਤਾ। ਹਨੂੰਮਾਨ ਦੀ ਹਸਤੀ ਨਹੀਂ ਪਈ ਹੈ ਵੀ ਮੈਂ ਬੇੜ ਤੋੜ ਦਿਆਂ। ਨਹੀਂ ਟੁੱਟੀ ਨਹੀਂ ਉਸ ਤੋਂ ਕਿਉਂਕਿ ਉਹ ਭਗਤ ਦੀ ਬੰਨੀ ਹੋਈ ਸੀ। ਕਿਹਾ ਗਿਆ ਗੁਰ ਕੀ ਭਗਤੀ ਗੁਰ ਕੀ ਬੰਨੀ ਕਹਿੰਦਾ ਭਗਤ ਛਡਾਵਾ ਭਗਤ ਕੀ ਬੰਨੀ ਬਿਰਥੀ ਨਹੀਂ ਜਾਵਾ। ਕਿਉਂ ਜਿਹੜਾ ਵਾਲਮੀਕ ਦਾ ਭਗਤ ਸੀਗਾ ਉਸੇ ਰੱਬ ਦੀ ਭਗਤ ਸੀ ਨਾ ਉਹ ਜਿਹੜਾ ਫੜ ਲਿਆ ਉਹਨੇ ਵੀ ਉਸ ਦੇ ਵਿੱਚ 1000 ਸਾਲ ਪਹਿਲਾਂ ਉਸਨੇ ਰਮਾਇਣ ਲੈ ਕੇ ਗੋਡੇ ਥੱਲੇ ਲੈ ਲਈ ਵੀ ਫਲਾਣੇ ਸਮੇਂ 'ਚ ਰਾਮਚੰਦਰ ਜੀ ਆਉਣਗੇ ਉਹ ਆਹ ਕੌਤ ਕਰਨਗੇ ਵੀ ਆਹ ਗੱਲਾਂ ਉਹਨਾਂ ਨਾਲ ਹੋਣਗੀਆਂ। ਸੀਤਾ ਨੂੰ ਛੋਟਾ ਕੱਤਣਾ ਪਊਗਾ ਉਹ ਐਂ ਕਰਕੇ ਐਂ ਕਰੂਗੀ। ਜਦੋਂ ਸੀਤਾ ਉਹਦੇ ਕੋਲੇ ਆਈ ਉਹਨੂੰ ਪਤਾ ਨਹੀਂ ਲੱਗਿਆ ਵੀ ਸੀਤਾ ਉਹੀ ਹੈ ਜਿਹੜੀ ਮੇਰੇ ਕੋਲੇ ਆ ਗਈ। ਹੁਣ ਉਹਦੇ ਵਿੱਚ ਮੇਰੀ ਬੇਨਤੀ ਹੈ ਵੀ ਜੋ ਵੀ ਦੁਨੀਆ 'ਤੇ ਬੁਲਾਰਾ ਜਾਂ ਕਲਾਕਾਰ ਹੈ ਜਾਂ ਕੋਈ ਬੋਲਣ ਵਾਲਾ ਕੋਈ ਵੀ ਸਾਰਿਆਂ ਦੇ ਨਿਮਸਾਰ ਹੈ। ਆਪ ਤੋਂ ਸਭ ਚੰਗੇ ਹੈ ਜੋ ਇਹ ਭਾਈ ਮੱਘਰ ਸਿੰਘ ਫਤਿਹਗੜ੍ਹ ਛੰਨਾ ਵਾਲਾ
ਇਹ ਸਾਡਾ ਕਲਾਸ ਫੈਲੋ ਸੀ। ਕੋਈ ਗਿੱਧਿਆਂ ਗੁੱਧਿਆਂ ਸੀ ਇਕੱਠੀ ਜਾਂਦੇ ਰਹੇ, ਹੂੰ ਕਿਉਂਕਿ ਉਹਦੇ ਵਿੱਚ ਇਹ ਅੱਡੋ ਅੱਡੀ ਆਪਣੀਆਂ ਥਿਊਰੀਆਂ ਹੁੰਦੀਆਂ ਨੇ, ਠੀਕ ਹੈ ਨਹੀਂ। ਉਸ ਦੇ ਵਿੱਚ ਆਪਾਂ ਗੱਲ ਕਰੀਏ ਵੀ ਜੋ ਇਹ ਧਰੂ ਭਗਤ ਜੀ ਹੋਏ, ਹੂੰ ਧਰੂ ਭਗਤ ਜੀ ਹੋਏ ਕਿਹੜੀ ਹਾਲਤ ਨਾਲ, ਉਹਦੇ ਕਿਹੜੀ ਹਾਲਤ ਗਏ, ਹੂੰ ਕਿੱਥੇ ਗਏ, ਕਿੱਥੇ ਪੁੱਜੇ ਉਹ। ਠੀਕ ਹੈ। ਉਹ ਜਿਹੜਾ ਇਹ ਸਮਝ ਧਰੂ ਭਗਤ ਹੈ ਨਾ, ਇਹਦੇ ਬਾਪ ਦਾ ਨਾਮ ਤਾਨਪਤ ਹੈ, ਧੰਨਵਾਦ। ਇਹਦੀ ਮਾਂ ਦਾ ਨਾਂ ਹੈਗਾ ਸੁਨੀਤਾ, ਸੁਨੀਤਾ ਹੈ। ਸੁਨੀਤਾ। ਇਹਨਾਂ ਦੇ ਬੱਚੀ ਬੱਚਾ ਕੋਈ ਨਹੀਂ ਸੀ। ਠੀਕ ਹੈ। ਜਦੋਂ ਬੱਚੀ ਬੱਚਾ ਕੋਈ ਹੈ ਨਹੀਂ ਗਾ, ਰਾਣੀ ਨੇ ਇੱਕ ਦਿਨ ਸੋਚਿਆ ਵੀ ਹੇ ਸਵਾਮੀ, ਹੇ ਪਤੀ ਜੀ, ਆਪਣਾ ਰਾਜ ਭਾਗ ਸੁਣਨਾ ਜਾਂਦਾ ਹੈ, ਜੇ ਆਪਾਂ ਰਾਜ ਭਾਗ ਦਾ ਕੋਈ ਪਾ ਬਣਾਈਏ ਤਾਂ ਆਪਣੀ ਜੜ ਰਹਿ ਜੇ। ਹੂੰ ਕਹਿੰਦਾ ਕੀ? ਕਹਿੰਦੀ ਜੇ ਤੂੰ ਸ਼ਾਦੀ ਹੋਰ ਕਰਾ ਲੈ। ਹੂੰ ਰਾਜੇ ਨੂੰ ਸੁਣਨ ਸਾਰੀ ਰਾਜੇ ਨੂੰ ਕੰਮਣੀ ਚੜ ਗਈ ਵੀ ਹੋ ਇਹ ਤਾਂ ਕੀ ਕਹਿਤਾ। ਹੂੰ ਪਹਿਲਾਂ ਦਾੜਾ ਕਾਲਾ ਸੀ, ਹੁਣ ਫੇਰ ਚਿੱਟਾ ਹੋਇਆ, ਚਿੱਟੇ ਤੋਂ ਵੀ ਪੀਲਾ ਹੋ ਗਿਆ, ਹੁਣ ਸ਼ਾਦੀ ਕਿਵੇਂ ਲੋਟ ਆਊ। ਕਹਿੰਦੀ ਨਹੀਂ ਸਵਾਮੀ, ਜੇ ਕੋਈ ਗੱਲ ਨਹੀਂ, ਤੁਸੀਂ ਜੇ ਸ਼ਾਦੀ ਕਰਵਾ ਲਓ। ਕਹਿੰਦਾ ਸ਼ਾਦੀ ਤੇ ਕਰਵਾ ਲੈਣਾ, ਪਰ ਤੈਨੂੰ ਦੁੱਖ ਬੜਾ ਪੈਣਾ, ਹੂੰ ਤੈਨੂੰ ਦੁੱਖ ਪੈ ਜਾਣੇ। ਹੂੰ ਕਹਿੰਦੀ ਕੋਈ ਨਹੀਂ ਸੱਚੇ ਪਾਤਸ਼ਾਹ, ਕੋਈ ਨਹੀਂ ਸਵਾਮੀ ਜੀ, ਹੇ ਪਤੀ ਜੀ, ਮੈਂ ਨੀਵੀਂ ਹੋ ਕੇ ਕੱਟ ਲੂँਗੀ, ਪਰ ਆਪਣਾ ਦੁਨੀਆ ਤੇ ਨਾਂ ਤਾਂ ਰਹਿਣਾ ਚਾਹੀਦਾ। ਹੂੰ ਉਸ ਦੇ ਆਖੇ ਲੱਗ ਕੇ ਤਾਨਪਤ ਨੇ ਦੂਜੀ ਸ਼ਾਦੀ ਕਰਵਾ ਲਈ। ਸ਼ਾਦੀ ਕਰਵਾ ਕੇ ਦੂਸਰੀ ਦਾ ਨਾਂ ਰਾਣੀ ਦਾ ਸੁਰੂਚੀ। ਜਦੋਂ ਸੁਰਚੀ ਆਈ ਆਉਣ ਸਰ ਉਹ ਜਵਾਨ, ਉਹ ਬਿਰਧ, ਅੱਜ ਤਾਈਂ ਦੁਨੀਆ ਤੇ ਦੇਖੋ ਕਿਸੇ ਵਾਸਤੇ ਸੌਂਕਣ ਦਾ ਕਦੇ ਵਾਸਤੇ ਹੋ ਨਹੀਂ ਹੁੰਦਾ। ਸੌਂਕਣਾ ਇਕੱਠੀਆਂ ਬਹਿ ਕੇ ਨਹੀਂ ਖਾਂਦੀਆਂ ਹੁੰਦੀਆਂ, ਜਦੋਂ ਮਰਜ਼ੀ ਦੇਖ ਲਿਓ, ਕਿਉਂ ਸੌਂਕਣਾ ਹੋ ਗਈਆਂ। ਉਸ ਨੇ ਜਦੋਂ ਦੇਖਿਆ ਉਹ ਜਵਾਨ ਹੈ, ਉਹ ਬਿਰਧ ਹੈ, ਉਹਨੂੰ ਭਾਈ ਰੋਜ਼ ਕੁੱਟਿਆ ਕਰੇ, ਸੁਨੀਤਾ ਨੂੰ ਕੁੱਟਿਆ ਕਰੇ। ਕੁੱਟ ਕੇ ਅਖੀਰੀ ਰਾਜੇ ਦੇ ਲਾ ਕੇ ਬੱਤੀ ਤਾਂ ਸ਼ਹਿਰ ਤੋਂ ਮੰਦਰ ਦੂਰ ਪਵਾਤੇ। ਦੂਰ ਮੰਦਰ ਪਵਾ ਕੇ ਰਾਜੇ ਜੀ ਨੇ ਨਾਲੇ ਮੰਦਰ ਪਾਏ, ਨਾਲੇ ਹੱਥਾਂ ਆਪਦੇ ਹੱਥਾਂ ਦੇ ਨਾਲ ਫੜ ਕੇ ਉਹਨੂੰ ਘਰੋਂ ਦਾਗ ਦੇ ਕੱਢਿਆ। ਉਹਦੇ ਹੱਥ 'ਚ ਫੜਾਤਾ ਸੋਟਾ ਤੇ ਬਨੇਰਿਆਂ ਤੇ ਧਰਤਾ ਦਹੀਂ। ਕਹਿੰਦਾ ਜੇ ਕਾਂ ਰੋਣੇ ਪੈਣਗੇ ਜੇ ਦਹੀਂ ਨੂੰ ਕਾਂ ਠੁੰਗਣਾ ਲਾ ਜੇ ਕਿਤੇ। ਐਡਾ ਸੁਨੀਤਾ ਨੂੰ ਐਡਾ ਦਫਾ ਲੱਗ ਚੁੱਕਿਆ। ਉਹ ਹੁੰਦੀ ਹਵਾਉਂਦੀ ਐਸੀ ਕੁਦਰਤ ਦੀ ਮਿਹਰ ਹੋਈ, ਕਿਤੇ ਰਾਜਾ ਸ਼ਿਕਾਰ ਗਿਆ, ਮਨ 'ਚ ਲਹਿਰ ਆਈ, ਰਾਣੀ ਕੋਲੇ ਘੰਟਾ 2 ਘੰਟੇ ਕੱਟ ਗਿਆ। ਉਹਦੇ ਕੋਲੇ ਕੱਟ ਗਿਆ, ਉਧਰ 2 ਸਾਲ ਦੇ ਵਿੱਚ ਸੋਚੀ ਦੇ ਪੁੱਤ ਜੰਮ ਪਿਆ। ਉਹਦੇ ਪੁੱਤਰ ਜੰਮਿਆ ਉੱਤਮ। ਜਦੋਂ ਉੱਤਮ ਜੰਮਿਆ ਉਹਦੇ, ਬੱਲੇ 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 ਬਹੁਤ ਜੇਤਾਂ ਹੋ ਗਈਆਂ। ਰਾਜੇ ਨੇ ਮੀਂਹ ਬਰਸਾਤਾ ਮਾਇਆ ਦਾ, ਬਹੁਤ ਪੁੰਨਦਾਨ ਕੀਤਾ। ਉਧਰੋਂ ਐਸੀ ਦੱਬੀ ਦੇਵਨੀਤ ਹੋਈ ਕੁਦਰਤ ਵਾਲੇ ਦੀ, ਐਸੀ ਉਸੇ ਮੇਰੇ ਸੱਚੇ ਪਾਤਸ਼ਾਹ ਕਹਿੰਦੇ ਆਮ ਖਾਏ ਗਏ ਕਲਰ ਖੇਤਾਂ 'ਚ ਕੋਈ ਵਰਦਾ ਹੁੰਦਾ, ਕਲਰ 'ਚ ਵੀ ਰੱਬ ਵੱਧ ਜਾਂਦਾ, ਦੂਜੇ ਥਾਂ ਵੱਧ ਜਾਂਦਾ। ਉਧਰੋਂ ਸੁਨੀਤਾ ਦੇ ਧਰੂ ਪੈਦਾ ਹੋ ਚੁੱਕਿਆ, ਕਾਗੜਾਉਂਦੀ ਦੇ ਉਹਦੇ ਧਰੂ ਪੈਦਾ ਹੋ ਗਿਆ, ਉਹਦੇ ਉੱਤਮ ਹੋ ਗਿਆ। ਫਿਰਦਿਆਂ ਫਿਰਦਿਆਂ ਹੌਲੀ ਹੌਲੀ ਖੇਡਦਿਆਂ ਧਰੂ 5 ਸਾਲ ਦਾ ਹੋ ਚੁੱਕਿਆ। ਉਹਨੇ ਹੱਥ ਜੋੜੇ, ਗਲ 'ਚ ਪੱਲਾ ਪਾਇਆ, ਕਹਿੰਦਾ ਹੇ ਮਾਤਾ ਜੀ, ਮੇਰੀ ਇੱਕ ਬੇਨਤੀ ਹੈ ਵੀ ਜਿੱਦੇ ਦਾ ਮੈਂ 5 ਸਾਲ ਦਾ ਹੋ ਚੁੱਕਾ, ਮੇਰਾ ਬਾਪੂ ਜੀ ਦੇ ਦਰਸ਼ਨ ਨਹੀਂ ਮੈਨੂੰ ਹੋਏ। ਬਾਪੂ ਜੀ ਹੈਗਾ ਕਿ ਦੁਨੀਆ ਤੋਂ ਲੋਕ ਦਾ ਚਲਿਆ ਗਿਆ। ਸੋ ਉਹ ਕਹਿੰਦੀ ਓਹੋ ਪੁੱਤਰ, ਪਿਤਾ ਤੇ ਹੈਗਾ, ਪਰ ਉੱਥੇ ਇੱਕ ਡੈਣ ਹੈ, ਉੱਥੇ ਡੈਣ ਹੈ ਇੱਕ, ਤੂੰ ਪੁੱਤ ਜਾਈ ਨਾ। ਕਹਿੰਦਾ ਮਾਂ ਕੋਈ ਹੋਵੇ ਡੈਣ ਚਾਹੇ, ਸਾਡਾ ਕੀ ਹੈ, ਇਹ ਤਾਂ ਤੁਹਾਡਾ ਬੁੜੀਆਂ ਦਾ ਕੰਮ ਹੁੰਦਾ ਕ੍ਰੋਧ ਵਧਾਉਣਾ। ਜਾ ਕੇ ਮੈਂ ਚਰਨੀ ਹੱਥ ਲਾਊਂਗਾ ਤੇ ਆਪੇ ਵੈਰੀ ਮਿੱਤਰ ਬਣ ਜਾਂਦੇ ਨੇ। ਜਦੋਂ ਚਰਨੀ ਲੱਗਿਆ ਜਾ ਕੇ ਵੈਰੀ ਵੀ ਮਿੱਤਰ ਹੋਏ ਨੇ, ਮੈਂ ਬਾਪੂ ਦੇ ਦਰਸ਼ਨ ਮਾਤਾ ਜੀ ਕਰ ਲਾਂ।
ਮਾਤਾ ਤੋਂ ਆਗਿਆ ਲੈ ਕੇ ਮਿੰਨਤਾਂ ਮੁੰਨਤਾਂ ਕਰਕੇ ਚੱਲ ਪਿਆ। ਜਾ ਕੇ ਰਾਜਾ ਬੈਠਾ ਸਟੇਜ 'ਤੇ, ਉੱਤਮ ਕੋਲੇ ਖੜਾ ਹੈ। ਜਾ ਕੇ ਉਹਨੇ ਤਾਨਪਾ ਦੇ ਚਰਨਾਂ 'ਤੇ ਸੀਸ ਧਰਤਾ। ਸੀਸ ਤਾਂ ਰਾਜੇ ਨੇ ਬੁੱਕਲ 'ਚ ਲੈ ਕੇ ਬੜੇ ਪਿਆਰ ਤੇ ਸਤਿਕਾਰ ਨਾਲ ਮੱਥਾ ਚੁੰਮਿਆ, ਬਹੁਤ ਪਿਆਰ ਕੀਤਾ, ਕਲੋਲਾਂ ਕੀਤੀਆਂ। ਕੋਲੇ ਉਹ ਡੈਣ ਖੜੀ ਹੈ ਸੁਰਚੀ, ਉਸਨੇ ਦੇਖ ਕੇ ਜਦੋਂ ਉਹਦੇ ਤੱਫੜ ਪੈ ਗਏ ਗੁੱਸੇ ਦੇ ਵੀ ਉਹ ਇਹ ਕਿੱਧਰੋਂ ਆ ਗਿਆ। ਉਹਨੇ ਤਾਨਪਾਤ ਦੀ ਗੋਦੀ ਦੇ ਵਿੱਚੋਂ ਫੜ ਕੇ ਖਿੱਚ ਲਿਆ, ਖਿੱਚ ਕੇ ਮੂੰਹ 'ਤੇ ਮਾਰਿਆ ਥੱਪੜ, ਬਾਂਹ ਫੜ ਕੇ ਘਰੋਂ ਬਾਹਰ ਕੱਢਤਾ। ਕਹਿੰਦੀ ਕਿਹੜੀ ਸੌਂਕਣੇ ਕੱਢੇ ਬੈਠੀ ਜੰਮਿਆ ਤੂੰ ਸਾਡੇ ਘਰ ਦਾ ਕੀ ਲੱਗਦਾ ਹੈ, ਚੱਲ ਇੱਥੋਂ। ਕੁੱਟ ਕੇ ਤੋੜਤਾ। ਉੱਥੋਂ ਰੋਂਦਾ 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 ਤੋਂਦਾ ਧਰੂ ਆਪਦੀ ਮਾਤਾ ਕੋਲੇ ਪਹੁੰਚ ਗਿਆ। ਮਾਤਾ ਨੇ ਦੇਖ ਕੇ ਅੱਖਾਂ 'ਚੋਂ ਪਾਣੀ ਸਿਉਂਦਾ ਡੁੱਲਦਾ। ਜਾ ਕੇ ਕਹਿੰਦੀ ਹਾਏ ਵੇ ਪੁੱਤਰ, ਮੈਂ ਤੈਨੂੰ ਕਹਿਤੀ ਮਾਸੀ ਬਹੁਤ ਕਪੱਤੀ ਹੈ, ਮਾਸੀ ਬਹੁਤ ਕਪੱਤੀ ਹੈ। ਦੇਖ ਕੇ ਅਦਾਸ ਉਹਨੇ ਬੁੱਕਲ 'ਚ ਲੈ ਲਿਆ ਮਾਂ ਨੇ ਧਨੂ ਨੂੰ। ਬੁੱਕਲ ਦੇ ਵਿੱਚ ਹਚਕੋਲੇ ਦਿੰਦੀ ਹੈ, ਉਹਨੂੰ ਲੋਰੀਆਂ ਦਿੰਦੀ ਹੈ ਵੀ ਪੁੱਤਰ ਕੀ ਹੋਇਆ। ਉਹਨੇ ਰੋਂਦੇ ਨੇ ਦੱਸਿਆ, ਕਹਿੰਦਾ ਮਾਂ ਮੈਂ ਕਰਕੇ ਕੁੱਟਿਆ, ਨਾਲੇ ਮੈਨੂੰ ਕਹਿੰਦੀ ਹੈ ਬੁੱਲ ਕਟਾਏਗਾ ਜੇ ਮੁੜ ਕੇ ਇੱਥੇ ਆਇਆ। ਮੁੜ ਕੇ ਨੇ ਇੱਥੇ ਵੜੀ। ਸੁਨੀਤਾ ਨੇ ਅੱਖਾਂ ਦੇ ਵਿੱਚੋਂ ਪਾਣੀ ਸਿੱਟ ਕੇ ਕਹਿੰਦੀ ਪੁੱਤਰ ਉੱਤੋਂ ਦਾ ਤਪ ਪੂਰ ਚੜ੍ਹ ਗਿਆ, ਤੇਰੇ ਤਪ ਦੇ ਵਿੱਚ ਕੋਈ ਮੱਧਮ ਹੈ, ਤੇਰਾ ਤਪ ਅਧੂਰਾ ਰਹਿ ਗਿਆ। ਇਹ ਤਪ ਕਰਨੇ ਸੇ ਪੁੱਤਰ ਰਾਜ ਮਿਲੂਗਾ। ਉੱਤੋਂ ਦਾ ਤਪ ਪੂਰ ਹੈ, ਉਹ ਤਾਂ ਰਾਜ ਦੀ ਗੱਦੀ 'ਤੇ ਆਏਗਾ, ਤੇਰਾ ਤਪ ਮੱਧਮ ਰਹਿ ਗਿਆ। ਅੱਛਾ ਮਾਂ। ਉਸ ਨੂੰ ਸੁਨੀਤਾ ਨੇ ਪੂਰਾ ਉਪਦੇਸ਼ ਕੀਤਾ। ਉਪਦੇਸ਼ ਕਰਕੇ ਕਹਿਣ ਲੱਗਾ ਚੰਗਾ ਮਾਂ, ਹੁਣ ਤੂੰ ਸਬਰ ਤੇ ਸੰਤੋਖ ਦੇ ਨਾਲ ਰਹੀਂ, ਸਬਰ ਤੇ ਸੰਤੋਖ ਦੇ ਨਾਲ ਰਹੀਂ ਮਾਂ। 5 ਸਾਲ ਦੇ ਧਰੂਣੇ ਗੜਵੀ ਤੇ ਆਸਣ ਹੱਥ ਲੈ ਲਿਆ, ਲੈ ਕੇ ਮਾਤਾ ਨੂੰ ਟੇਕ ਕੇ ਚਰਨਾਂ ਤੇ ਮੱਥਾ ਤੇ ਤੁਰ ਗਿਆ। ਜਦੋਂ ਘਰੋਂ ਪਿਤਾ ਦੇ ਬਾਗ ਦੇ ਵਿੱਚ ਗਿਆ, ਉੱਥੇ ਜਾ ਕੇ ਆਸਣ ਲਾ ਲਿਆ। ਰਿਸ਼ੀ ਤੇ ਮੁਨੀ ਆ ਕੇ ਦੇਖੀ ਵੀ ਏਡਾ ਕਿ ਜਵਾਕ ਹੈ ਜਰਾ, ਕਿ ਜ਼ੁਲਮ ਦੀ ਕੰਮ ਹੈ, ਕਿੱਥੋਂ ਆ ਬੈਠਾ ਇੱਥੇ, ਸ਼ੇਰ ਵਗੈਰਾ ਨੇ ਬੁਰਕੀ ਕਰਨੀ ਇਹਦੀ। ਜਦੋਂ ਰਿਸ਼ੀ ਦੇਖ ਕੇ 5 ਸਾਲ ਦੇ ਧਰੂ ਨੂੰ ਨੇੜੇ ਆਏ, ਆ ਕੇ ਕਹਿੰਦੇ ਉਹ ਬੱਚਿਆ ਕੀ ਭਾਣਾ ਵਰਤ ਗਿਆ ਤੇਰੇ ਨਾਲ ਓਏ। ਓਹੋ ਇਹ ਤੇ ਸ਼ੇਰ ਤੇ ਬਘੇਰੇ ਬੁੱਕਦੇ ਆ, ਤੈਨੂੰ ਛੱਡਣਾ ਨਹੀਂ। ਕਹਿੰਦਾ ਨਹੀਂ ਜੀ, ਨਹੀਂ ਜੀ। ਕਹਿੰਦਾ ਜਿਹੜਾ 5 ਤੱਤ ਪੂਤਲਾ ਇਹ ਸਰੀਰ ਹੈ ਨਾ, 5 ਭੂਤਕ, ਇਹ ਭਜਨ ਤੋਂ ਬਿਨਾਂ ਨਹੀਂ ਕਰਨਾ। ਪਰ ਮੁੜ ਕੇ ਮੈਂ ਘਰ ਨੂੰ ਨਹੀਂ ਜਾਣਾ, ਚਾਹੇ ਮੇਰੇ ਟੋਟੇ ਹੋ ਜਾਣ, ਮੈਂ ਨਹੀਂ ਘਰ ਨੂੰ ਜਾਂਦਾ। ਰਿਸ਼ੀਆਂ ਨੂੰ ਪੂਰਾ ਹੌਸਲਾ ਦਿੱਤਾ। ਰਿਸ਼ੀ ਦੇ ਕੇ ਖੁਸ਼ ਵਾਗੋ ਬਾਗ ਹੋਏ। ਉਹਨਾਂ ਨੇ ਬੱਚੇ ਦੇ ਮੋਢੇ 'ਤੇ ਹੱਥ ਧਰਿਆ, ਕਹਿੰਦੇ ਪੁੱਤਰ ਐਡਾ ਹੌਸਲਾ, ਐਡਾ ਹੌਸਲਾ, ਸ਼ੁਕਰ ਹੈ। ਕਹਿੰਦੇ ਜਾ ਪੁੱਤ, ਜਾ ਕੇ ਹੁਣ ਤਪੱਛਿਆ ਕਰ, ਮਾਈ ਬਾਪ ਦਾ ਨਾਂ ਉੱਚਾ ਕਰ, ਜਾ ਕੇ ਭਜਨ ਕਰ। ਉਹਨਾਂ ਨੇ ਥਾਪੀ ਦੇ ਕੇ ਤੋਰਤਾ। ਜਦੋਂ ਉੱਥੋਂ ਥਾਪੀ ਦੇ ਕੇ ਤੋਰਿਆ, ਜਦੋਂ ਨੇ ਮਾਰੀ ਨਾ ਬੀਨ 'ਚ ਫੂਕ, ਅੱਗੇ ਨਾਰਦ ਮਿਲ ਗਿਆ। ਨਾਰਦ ਦੇਖ ਕੇ ਕਹਿੰਦਾ ਉਹ ਤੂੰ ਕਿੱਧਰ ਜਾਂਦਾ ਓਏ। ਨਾਰਦ ਹੈ ਜਿਹੜਾ, ਨਾਰਦ ਨੂੰ ਚੁਗਲ ਨੂੰ ਕਿਹਾ ਜਾਂਦਾ। ਇਹ ਨਾਰਦ ਹੈ ਜਿਹੜਾ, ਨਾਰਦ ਦੀ 88,000 ਵਰਸ ਦੀ ਤਪੱਛਿਆ ਹੈ। ਅੱਛਾ। ਨਾਰਦ ਕੋਈ ਕਚਪਿਲੀ ਦੀ ਗੱਲ ਨਹੀਂ ਹੈ, 2 ਜਣੇ ਤਪੱਛਿਆ, ਇੰਨੀ ਦੁਨੀਆ ਦੇ ਵਿੱਚ ਤਪੱਛਿਆ 2 ਦੀ ਹੋਈ ਹੈ ਇਹ, ਨਾਰਦ ਤੇ ਦਿਆਲਕ ਰਿਸ਼ੀ। ਠੀਕ ਹੈ। ਜਿਹੜਾ ਸਰਵਣ ਦਾ ਬਾਪ ਹੈ, ਇਹਨਾਂ ਦੀ 88,000 ਵਰਸੀ ਤਪੱਛਿਆ ਦੋਹਾਂ ਦੀ ਹੈ, ਹੋਰ ਇੰਨੀ ਤਪੱਛਿਆ ਨਹੀਂ ਕਿਸੇ ਹੈਗੀ। ਉਹਨੇ ਦੇਖ ਕੇ ਕਹਿੰਦਾ ਯਾਰ, ਨਾਰਦ ਦੇਖ ਕੇ ਕਹਿੰਦਾ ਨਾਰਦ ਨੂੰ ਉਹ ਕਹਿੰਦਾ ਤੂੰ ਕਿੱਧਰ ਆਉਣਾ ਓਏ, ਇਹਦਾ ਤੇਰਾ ਉਹੀ ਕੰਮ ਹੋ ਜੂ, ਤਾਂ ਸ਼ੇਰ ਤੇ ਵਗੇਰੇ ਖਾ ਜਾਣਗੇ ਤੈਨੂੰ। ਕਹਿੰਦਾ ਜਦੋਂ ਨੇ ਥਾਪੀ ਦੇ ਕੇ ਤੋੜ ਕੇ ਨਾਰਦ ਨੇ ਦੇਖਿਆ, ਨਾਰਦ ਨੇ ਬਹੁਤ ਜ਼ੋਰ ਲਾਇਆ, ਕਹਿੰਦਾ ਘਰ ਨੂੰ ਮੁੜ ਜਾ, ਇੱਥੇ ਹੀ ਕਰੇਗਾ ਤੂੰ। ਕਹਿੰਦਾ ਨਹੀਂ ਜੀ ਮੁੜਨਾ ਨਹੀਂ। ਕਹਿੰਦਾ ਮਾਤਾ ਜਾਣ ਸੁਨੀਤਾ ਜਨਮ ਦੇ ਤਾਨਪਾਤ ਦੇ ਦੁਆਰੇ
ਮਾਸੀ ਡੈਣ ਸਰੂਚੀ ਮੇਰੀ ਕਰਤੇ ਨਿਆਰੇ ਨਿਆਰੇ। ਕਹਿੰਦਾ ਮਾਤਾ ਜੀ ਨੂੰ ਵਾਂਸ ਫੜਾਇਆ ਕਾਗ ਹਮੇਸ਼ਾ ਕਾਰੇ। ਕੀ ਤੈਨੂੰ ਮੈਂ ਦੁੱਖ ਸੁਣਾਵਾਂ ਨੀਰ ਅੱਖਾਂ ਚੋਂ ਡਾਰੇ। ਰੁਲ ਖੁਲ ਕੇ ਮੈਂ ਚੰਨਣ ਸਿੰਘਾ ਫੜ ਲੈ ਚਰ ਤੁਮਾਰੇ। ਕਹਿੰਦਾ ਮੁੜ ਕੇ ਜਾਣੇ ਟੋਟੇ ਹੋਣ ਹਮਾਰੇ। ਕਹਿੰਦਾ ਮੁੜ ਕੇ ਨਹੀਂ ਮੈਂ ਜਾਂਦਾ। ਕਹਿੰਦਾ ਅੱਛਾ। ਉੱਥੇ ਉਹਨੂੰ ਫਿਰ ਨਾਰਦ ਸਮਝਾਉਣ ਲੱਗ ਗਿਆ। ਨਾਰਦ ਕਹਿੰਦਾ ਚੰਗਾ ਤੂੰ ਐਂ ਕਰ ਮੁੜ ਕੇ ਤਾਂ ਨਾ ਜਾ। ਕਹਿੰਦਾ ਨਾਰਦ ਦਿਆ ਭਈ ਸਮਝਾਵੇ 12 ਅੱਖਰੇ ਪੜ੍ਹਨੇ। 12 ਅੱਖਰਾ ਜਾਪ ਦਿੱਤਾ ਜੀ ਨਾਰਦ ਨੇ ਧਰੂ ਨੂੰ। ਦੇ ਕੇ 12 ਅੱਖਰਾ ਜਾਪ ਉਹਨੂੰ ਭਗਤੀ ਤੇ ਬਿਠਾਤਾ। ਬਿਠਾ ਕੇ ਮਗਰੋਂ ਤਾਂ ਪੱਤ ਕੋਲੇ ਵੱਜਿਆ। ਕਹਿੰਦਾ ਆਹ ਕੀ ਕਰਤਾ ਓਏ। ਕਹਿੰਦਾ ਜਵਾਕ ਘਰੋਂ ਕੱਢਤਾ। ਕਹਿੰਦਾ ਘਰੋਂ ਕੱਢਤਾ। ਤਾਂਡ ਪਾਤਾ ਅੱਖਾਂ ਚੋਂ ਨੀਰ ਸੇ। ਕਹਿੰਦਾ ਰਾਣੀ ਸਰੂਚੀ ਰਾਣੀ ਬਨਵਾਸ਼ਾ। ਕਹਿੰਦਾ ਮੇਰੇ ਬਸ ਦੀ ਗੱਲ ਕੋਈ ਨਹੀਂ। ਉਹਨੇ ਉਸ ਨੂੰ ਮੋੜਨ ਖਾਤਰ ਵਜ਼ੀਰ ਤਿਆਰ ਕਰ ਲਿਆ। ਜਦੋਂ ਤਿਆਰ ਕੀਤਾ ਗਿਆ ਰਾਜੇ ਨੇ ਰਾਜ ਘੇਰਾ ਪਾ ਲਿਆ। ਅੱਗੇ ਘੋੜਾ ਲਾਤਾ। ਹੱਥ ਜੋੜੇ ਤਾਂਡ ਪਤ ਨੂੰ ਨਮਸਕਾਰ ਕੀਤੀ। ਕਹਿੰਦਾ ਪੁੱਤ ਘਰ ਨੂੰ ਮੁੜ ਚੱਲ। ਕਹਿੰਦਾ ਨਾ ਨਹੀਂ। ਕਹਿੰਦਾ ਪਿਤਾ ਜੀ ਤੇਰੇ ਮਹਿਲਾਂ ਨੂੰ ਮੁੜ ਕੇ ਨਹੀਂ ਜਾਂਦਾ ਮੈਂ। ਕੁਛ ਘਰ ਚਾਹੇ ਮੈਂ ਨਹੀਂ ਜਾਣਾ। ਉੱਥੋਂ ਮੁੜਿਆ ਦੂਜੀ ਵਾਰੀ ਮੋੜਨ ਦੀ ਖਾਤਰ ਫਿਰ ਹੋਰ ਤਿਆਰ ਕੀਤੇ 4 ਮਤਲਬ ਤੇਰੇ ਮੇਰੇ ਵਰਗੇ ਵੀ ਚਲੋ ਭਾਈ ਤੂੰ ਮੋੜ ਕੇ ਲਈਏ। ਜਦੋਂ ਉਸ ਨੂੰ ਮੋੜਨ ਦੀ ਖਾਤਰ ਫਿਰ ਨਾਰਦ ਕਹਿੰਦਾ ਨਹੀਂ ਰਾਜਨ ਹੁਣ ਤੂੰ ਬਹਿ ਜਾ। ਹੁਣ ਨਾ ਜਾਈਂ ਉਹਦੇ ਕੋਲੇ ਤੂੰ। ਹੁਣ ਜਾਂਦਾ ਜਾ ਕੇ ਨਾਰਦ ਨੂੰ ਮੋੜ ਕੇ ਬਿਠਾ ਕੇ ਨਾਰਦ ਤਾਣ ਪੱਤ ਨੂੰ ਜਾ ਕੇ ਉਸ ਨੂੰ ਭਗਤੀ ਦੇ ਬਿਠਾਉਂਦਾ। ਨਾਰਦ ਨੇ ਗੁਣ ਬਖਸ਼ੇ ਖੜ ਕੇ ਕਹਿੰਦਾ ਮੰਤਰ ਹਿਰਦੇ ਚਾੜੀ। ਆਮ ਨਮੋ ਤੇ ਤਮੋ ਬਸਾਉਣੀ ਹਰਦਮ ਨਾੜੀ ਨਾੜੀ। ਕੰਧ ਮੂਲ ਕਾ ਤੋੜ ਬਣਾ ਚੋ। ਕਹਿੰਦਾ ਸੁਰਤ ਕਰੀ ਨਾ ਮਾੜੀ ਸਤਿਗੁਰ ਮਿਲ ਜੂਗਾ ਕੇ ਵਿੱਚ ਪਹਾੜੀ। ਬਹਿ ਕੇ ਉਹਦੇ ਲਾਤੀ ਤਾੜੀ ਜਦੋਂ ਲੱਗੀ ਚੜ੍ਹ ਗਿਆ 10ਵੇਂ। ਉਧਰੋਂ ਜਦੋਂ ਇੰਦਰ ਦਾ ਡੋਲਿਆ ਆਸਣ ਨੇ ਖਾਧੇ ਗੇੜੇ ਲੱਗ ਗਿਆ ਡੋਲੇ ਖਾਣ। ਵੀ ਆਹ ਕਿਹੜੇ ਨੇ ਵੰਝ ਕੱਟਦਾ ਯਾਰ। ਜਦੋਂ ਦੇਖਿਆ ਕਹਿੰਦਾ ਉਹਨੇ ਜਾ ਕੇ ਧਰਤਪਤੀ ਨੂੰ ਕਹਿਤਾ। ਧਰਤਪਤੀ ਨੂੰ ਕਹਿੰਦਾ ਇਹ ਨਿੱਕਾ ਜਿਹਾ ਬੱਚਾ ਮੇਰੇ ਸਾਰੇ ਕਹਿੰਦਾ ਇਹ ਰਾਜ ਖੋਲੂ। ਇਹ ਤਾਂ ਸੱਤੇ ਦੀਪ ਖੋਲੀ ਬੈਠਾ। ਕਹਿੰਦਾ ਜੇ ਇਹਦੀ ਸੋਟੀ ਡਲਾ ਦੇ ਕੋਈ ਵੰਝ ਕੱਢ ਕੇ। ਉਸ ਨੇ ਸ਼ੇਰ ਬਣ ਕੇ ਪਹਿਲਾਂ ਸੁਨੀਤਾ ਬਣ ਕੇ ਗਿਆ। ਅੱਛਾ। ਸੁਨੀਤਾ ਤੋਂ ਦੇਖ ਕੇ ਵੀ ਉਹ ਬੈਠਾ ਉਹਨੇ ਸ਼ੇਰ ਦਾ ਰੂਪ ਧਾਰਿਆ। ਸ਼ੇਰ ਦਾ ਰੂਪ ਧਾਰ ਕੇ ਜਿਉਂ ਡਰਾਉਣਾ ਸ਼ੁਰੂ ਕੀਤਾ ਉਹਨੇ ਦਵਾਸ 10ਵੇਂ ਦਵਾਰ ਚੜ੍ਹਾਤੀ। 10ਵੇਂ ਦਵਾਰ ਚੜਾ ਕੇ ਬੈਠਾ। ਕੋਈ ਡਰਨ ਦੀ ਕੋਈ ਕੋਸ਼ਿਸ਼ ਨਹੀਂ ਹੈ। ਆਪਦੀ ਬਾਤਾ ਲਾ ਕੇ ਮੁੜਿਆ ਆ ਕੇ ਭਗਵਾਨ ਨੂੰ ਜਦੋਂ ਉਹਦੀ ਕੋਈ ਪੇਸ਼ਨਾ ਗਈ ਉਹ ਫਿਰ ਜਾ ਕੇ ਇੰਦਰ ਨੇ ਭਗਵਾਨ ਪਾਸ ਜਾ ਕੇ ਕ੍ਰਿਸ਼ਨ ਭਗਵਾਨ ਕੇ ਕਹਿੰਦਾ ਸੱਚੇ ਪਾਤਸ਼ਾਹ ਪ੍ਰਭੂ ਮੇਰੇ ਕੱਖ ਰੱਖੋ। ਕਹਿੰਦਾ ਮੇਰਾ ਸਾਰਾ ਕੁਝ ਖੋਲੂ ਉਹਨੂੰ ਜੇ ਠਾ ਲਓ ਤਾਂ ਬੜੀ ਸ਼ੁਕਰੀਆ ਬਾਤ ਹੈ। ਕਹਿੰਦਾ ਇੰਦਰ ਨੇ ਭਗਵਾਨ ਪਾਸ ਜਾ ਕੀਤਾ ਇਹ ਬਿਆਨਾ। ਰਾਜ ਖੋਸਲੂ ਸਾਰਾ ਜੋ ਭਗਤ ਰੂਹਾਂ ਨੈਣਾ। ਦਿਆ ਦਾਸ ਕਰੋ ਉਸੇ ਤੀ ਕੋਲ ਉਸਦੇ ਜਾਣਾ। ਕਹਿੰਦਾ ਮਨ ਬੇਨਤੀ ਦੀਨ ਫੰਦੂ ਜੀ ਹੋ ਗਏ ਝੱਟ ਰਵਾਨਾ। ਗਰੜ ਸਾਡੇ ਪਹੁੰਚ ਗਿਆ ਭਗਵਾਨ। ਜਿਹੜਾ ਦੁਸਹਿਰੇ ਨੂੰ ਆਪਾਂ ਗਰੜ ਦੇ ਕਹਿੰਦੇ ਭਗਵਾਨ ਦੀ ਸਵਾਰੀ ਗਰੜ ਦੇਖੋ ਗਰੜ ਦੇਖੋ। ਉਹ ਉਸ ਮੌਕੇ ਧਰੂ ਨੂੰ ਉਠਾਉਣ ਗਰੜ ਦੀ ਸਵਾਰੀ 'ਤੇ ਭਗਵਾਨ ਗਿਆ। ਠੀਕ ਹੈ। ਉਸ ਮੌਕੇ ਗਿਆ। ਰਾਹ ਦੇ ਵਿੱਚ ਇੱਕ ਤੰਦੂਆ ਡਿਆ ਖੜਾ ਹਾਥੀ ਨੂੰ ਬੜਾ ਵੱਡਾ ਹੰਕਾਰ ਹੋਇਆ ਬਈ ਮੈਂ ਐਡਾ ਜਾਨਵਰ ਮੈਨੂੰ ਕਿਹੜਾ ਫੜ ਸਕਦਾ। ਉਹ ਦਰਿਆ 'ਚ ਵੜ ਗਿਆ। ਜਦੋਂ ਦਰਿਆ 'ਚ ਵੜ ਗਿਆ ਦਰਿਆ ਦੇ ਵਿੱਚ ਤੰਦੂਆ ਜਾਤਾ ਇੱਕ ਜਿਹੜਾ ਤੰਦੂਆ ਚੱਕੀ ਲੋਟ ਹੈ। ਉਹਦੇ ਐਂ ਕਰਕੇ ਤੰਦ ਨੇ ਉਹ ਉੱਤੋਂ ਨੇ ਐਂ ਕਰਕੇ ਜਾਲ ਪਾ ਲਿਆ। ਉਹ ਜਾਲ ਪਾ ਕੇ ਛੱਡ ਨਹੀਂ ਰਿਹਾ ਥੱਲੇ ਖਿੱਚੂ। ਠੀਕ ਹੈ। ਉਹ ਤੰਦੂਏ ਨੇ ਤਾਂ ਭਾਈ ਤੰਦ ਪਾ ਲਏ। ਤੰਦ ਪਾਏ ਹੋਏ ਪੇ ਸਿੱਟ ਲਿਆ।
ਹਾਥੀ ਨੂੰ ਖਿੱਚਦਾ ਹੈ। ਹਾਥੀ ਤਾਂ ਨੂੰ ਖਿੱਚਦਾ, ਉਹ ਠਾਂ ਨੂੰ ਖਿੱਚਦਾ ਹੈ। ਅਖੀਰੀ ਹਾਥੀ ਦਾ ਸੁੰਡ ਨੰਗਾ ਰਹਿ ਗਿਆ, ਹਾਥੀ ਵੱਲੋਂ ਹਾਰ ਗਿਆ, ਖਿੱਚ ਲਿਆ ਉਹਨੇ। ਫਿਰ ਹਾਥੀ ਨੇ ਚੀਕਾਂ ਮਾਰੀਆਂ, ਕਹਿੰਦਾ ਪ੍ਰਭੂ ਹੁਣ ਗਰੀਬ ਦੇ ਮੇਰੀ ਕੋਈ ਪੇਸ਼ ਨਹੀਂ, ਇਹ ਸੱਚੇ ਪਾਤਸ਼ਾਹ ਪਰਮੇਸ਼ਰ ਮੈਨੂੰ ਇੱਥੋਂ ਖਹਿੜਾ ਛਡਾ। ਉਹ ਧਰੂਣ ਠਾਉਣ ਤੁਰਿਆ ਜਾਂਦਾ, ਉਹ ਧਰੂਣ ਠਾਉਣ ਤੁਰਿਆ ਜਾਂਦਾ ਜਾਂਦਾ ਜਾ ਕੇ ਨਾ ਜਦੋਂ ਦੇਖਿਆ ਸੁਖਸਰ ਚੱਕਰ ਮਾਰਿਆ, ਉਹਦੇ ਸਾਰੇ ਤੰਦ ਕੱਟਤੇ। ਤੰਦ ਕੱਟ ਕੇ ਹਾਥੀ ਬਾਹਰ ਆਇਆ। ਇੱਕ ਤਾਂ ਉਹ ਹਾਥੀ ਦੇ ਤੰਦ ਕੱਟੇ ਨੇ, ਇੱਕ ਜਾ ਕੇ ਧਰੂਣ ਨੂੰ ਭਗਤੀ ਤੋਂ ਠਾਉਣ ਦੀ ਕੋਸ਼ਿਸ਼ ਕੀਤੀ, ਜਾ ਕੇ ਕੋਲੇ ਕਹਿੰਦਾ ਬਹੁਤ ਪਿਆਰ ਤੇ ਸਤਿਕਾਰ ਦੇ ਨਾਲ ਕਹਿੰਦਾ ਠਾਇਆ। ਕਹਿੰਦਾ ਪੁੱਤਰ, ਕਹਿੰਦਾ ਜਦੋਂ ਕੋਲੇ ਆ ਕੇ ਬਹੁਤ ਪਿਆਰ ਨਾਲ ਕਹਿੰਦਾ ਭਾਈ ਹੁਣ ਤੇਰੀ ਮਨਜ਼ੂਰ ਹੋ ਗਈ, ਵਗ ਜਾ, ਬੈਠਾ ਮੌਜ ਨਾਲ। ਕਹਿੰਦਾ ਮੰਗ ਲੈ, ਕੀ ਮੰਗਣਾ ਹੈ? ਕਹਿੰਦਾ ਨਾ ਮੈਨੂੰ ਮੰਗਣ ਦੀ ਕਿਸੇ ਲੋੜ ਨਹੀਂ ਹੈ, ਬੈਠਾ ਮੈਂ ਤਾਂ। ਉੱਥੋਂ ਧਰੂਣ ਨੇ ਜਦੋਂ ਮੰਗ ਮੰਗੀ, ਕਹਿੰਦਾ ਸਿੱਧਾ ਸੱਚਖੰਡ ਨੂੰ ਹੋ ਗਿਆ, ਤੋਰਤਾ। ਜਦੋਂ ਸੱਚਖੰਡ ਨੂੰ ਤੁਰਿਆ ਜਾਂਦਾ ਜਾਂਦਾ ਜਦੋਂ ਡੋਲੀ ਦੇ ਮੂਹਰੇ ਚਲਿਆ ਗਿਆ ਸੱਚਖੰਡ 'ਤੇ, ਅੱਗੋਂ ਆਵਾਜ਼ ਹੋਈ, ਕਹਿੰਦੇ ਕਿਹੜਾ ਹੈ? ਕਹਿੰਦੇ ਜੀ ਮੈਂ ਧਰੂਣ। ਕਹਿੰਦੇ ਖੜ ਜਾ, ਜੇ ਮੈਂ ਇੱਥੇ ਹੀ ਹਾਂ। ਉੱਥੇ ਹੀ ਖੜਾ। ਜੋ ਚੰਦ ਸੂਰਜ ਤਾਰੇ ਸਾਰੇ ਦੇ ਵਿਕਰਮਾ ਕਰਦੇ ਆ ਧਰੂਣੀਆਂ। ਇਸ ਮੌਕੇ 'ਤੇ ਜਿਹੜੀਆਂ ਆਪਣੇ ਰੱਬ ਨੇ ਲੈਣਾ ਨਾ, ਲੈਣ 'ਤੇ ਖੜ ਕੇ ਉਹਦੇ ਮੂੰਹ ਕਰਿਆ ਸਿੱਧਾ ਧਰੂਣ ਜਾਊਗਾ, ਤੇਰੇ ਨੱਕ ਨੂੰ ਸਿੱਧਾ ਖੜਾ ਹੋਊਗਾ ਧਰੂਣ। ਜੋ ਰਾਤ ਨੂੰ ਜਹਾਜ਼ ਚੱਲੇ, ਕੋਈ ਚੀਜ਼ ਜਿਹੜੀ ਰਾਤ ਨੂੰ ਚੱਲੇ ਧਰੂਣ ਦੀ ਸਿਹਤ 'ਤੇ ਚੱਲਦੀ ਹੈ, ਧਰੂਣ ਨਹੀਂ ਹਿਲਦਾ। ਹੋਰ ਸਾਰੇ ਤੱਕ ਚੱਕਰ ਲਾਉਂਦੇ ਆ, ਇਹ ਧਰੂਣ ਨਹੀਂ ਹਿਲਦਾ ਹੈਗਾ। ਇਹ ਧਰੂਣ ਨੇ ਇੰਨੀ ਤਪੱਸਿਆ ਕਰਕੇ ਜਿਹਦਾ ਅੱਜ ਰਹਿੰਦੀ ਦੁਨੀਆ 'ਤੇ ਨਾਂ ਚੱਲਦਾ ਹੈ। ਜੇ ਸ਼ੁਭ ਕੰਮ ਕਰੀਏ ਆਪਾਂ ਤਾਂ ਇਹ ਆਪਾਂ ਨੂੰ ਬਿਲਕੁਲ ਵਾਸਤੇ ਹੀ ਠੀਕ ਹੈ, ਕੁਛ ਲਾਭ ਖੱਟ ਲਾਂਗੇ। ਨੇਕੀ ਕੱਟਣੀ ਔਖੀ ਹੈ, ਜਦੋਂ ਛੇਤਰ ਖਾ ਲਾ, ਜਦੋਂ ਮਰਜ਼ੀ ਕਰਦੀ ਕਰ ਲਓ, ਠੀਕ ਹੈ। ਨਹੀਂ ਜਿਹੜਾ ਆਮ ਖਾਸੀ ਕਹਿੰਦੇ ਨੇ ਇੱਕ ਜਿਹੜੀ ਦਰੋਪਤਾ ਹੋਈ ਹੈ, ਠੀਕ ਹੈ ਨਹੀਂ, ਇਹ ਦਰੋਪਤਾ ਭਰੀ ਹੈ, ਇਹ ਪੇਟੋਂ ਨਹੀਂ ਪੈਦਾ ਹੋਈ, ਇਹ ਹਵਨ ਕੁੰਡ 'ਚੋਂ ਪੈਦਾ ਹੋਈ ਹੈ। ਇਹਨੇ ਵੀ ਨਹਾਉਣ ਦੀ ਸਕੀਮ ਕਰ ਲਈ। ਉਹ ਦਰਵਾਸਾ ਰਿਸ਼ੀ ਹੈ ਜਿਹੜਾ, ਉਹ ਪਹਿਲਾਂ ਹੀ ਇਸ਼ਨਾਨ ਕਰੀ ਜਾਂਦਾ। ਉਹ ਇਸ਼ਨਾਨ ਕਰਦਿਆਂ ਉਹਦਾ ਪਾਣੀ ਆਇਆ, ਪਾਣੀ ਨੂੰ ਉਹਦਾ ਡੋਟਾ ਤੇਰ ਕੇ ਲੈ ਗਿਆ, ਨੰਗਾ ਹੋ ਗਿਆ, ਹੁਣ ਪਾਣੀ 'ਚ ਖੜਾ। ਉਹਨੇ ਇਹ ਦਿਨ ਆ ਕੇ ਤਖਤ ਲਾ ਲਿਆ, ਕਹਿੰਦੇ ਆ ਬਾਬਾ ਬਾਹਰੋਂ ਇਸ਼ਨਾਨ ਕਰਨਾ ਹੈ। ਉਹ ਕਹਿੰਦਾ ਬੇਟੀ ਮੈਂ ਨਹੀਂ ਬਾਹਰ ਆ ਸਕਦਾ, ਸਾਡੇ ਢਿੱਡ 'ਚ ਨਹੀਂ ਕੁਛ ਹੈਗਾ, ਸਾਨੂੰ ਬੇਟੀ ਕੋਈ ਕੱਪੜਾ ਦੇ, ਅਸੀਂ ਕੋਈ ਕੱਪੜਾ ਲੱਕ ਨਾਲ ਲਾ ਕੇ ਅਸੀਂ ਬਾਹਰ ਆ ਸਕਦੇ, ਮੈਂ ਨਹੀਂ ਬਾਹਰ ਆਉਂਦਾ। ਉਹਨੇ ਇੰਨਾ ਕੁ ਆਪਦਾ ਚੀਰ ਪਾੜ ਕੇ ਦਿੱਤਾ, ਕਹਿੰਦੇ ਇਹਦੇ ਨਾਲ ਨਹੀਂ ਸਰਦਾ। ਉੱਥੋਂ ਦਰੋਪਤਾ ਨੂੰ ਅੱਧੇ ਚੀਰ ਦੇਤਾ, ਉੱਥੋਂ ਦਰੋਪਤਾ ਨੂੰ ਦਰਵਾਸਾ ਰਿਸ਼ੀ ਨੇ ਵਰ ਦਿੱਤਾ। ਕਹਿੰਦਾ ਬੇਟੀ ਤੈਂ ਮੇਰਾ ਨੰਗ ਢੱਕਿਆ, ਤੇਰਾ ਭਗਵਾਨ ਢੱਕੂਗਾ। 1.25 ਸਾਲ ਚੀਰ ਲਈ ਗਏ ਨੇ ਕਿ ਚੀਰ ਨਹੀਂ ਮੁੱਕੇ ਦਰੋਪਤਾਂ ਦੇ। ਜਾਣੇ ਜਿਹੜੀ ਕੋਈ ਚੰਗੀ ਗੱਲ ਹੈ ਨਾ, ਉਹਦੇ ਉੱਤੇ ਫੜਨ ਦਾ ਆਪਣਾ ਧਰਮ ਹੈ। ਜਾਂ ਖਾ ਜਾ ਕੇ ਸੱਥ ਜੀ ਬਹਿ ਜਾਊਗਾ ਬਸ਼ੱਕ, ਜਿਹੜੀ ਚੰਗੀ ਗੱਲ ਫੜ ਲੈ, ਦੂਜੀ ਛੱਡ ਦੇ, ਤੇਰੇ ਕੀ ਜੋ ਲੱਗਦਾ, ਠੀਕ ਹੈ ਨਹੀਂ। ਪਹਿਲਾਂ ਸਿਫਤ ਮੈਂ ਉਸ ਦੀ ਕਰਨਾ ਜਿਸਨੇ ਜਗਤ ਬਣਾਇਆ। ਬੂੰਦੋਂ ਬੰਦਾ ਬੁਰਜ ਬਣਾ ਕੇ ਕੁਦਰਤ ਰੰਗ ਚੜਾਇਆ। 7 ਦੀਪ 9 14 ਕੀਤੇ, ਸਭ ਨੂੰ ਰਿਜ਼ਕ ਪਹੁੰਚਾਇਆ। ਚੰਦ ਸੂਰਜ ਅੰਬਰ ਤਾਰੇ, ਨੂਰੋਂ ਨੂਰ ਚਮਕਾਇਆ। ਸਰਫਦੀਨ ਤੇ ਰਹਿਮਤ ਰੱਖਣੀ, ਵੇਦਾ ਇਲਮ ਪੜ੍ਹਾਇਆ, ਤੇਰੇ ਕੋਲ ਦਾ ਭੇਤ ਕਿਸੇ ਨੇ ਪਾਇਆ। ਸਰਫਦੀਨ ਘੁਮਿਆਰ ਦਾ ਹੈ। ਹਾਂਜੀ, ਠੀਕ ਹੈ ਨਹੀਂ। ਖੈਰ ਮੈਂ ਕਿਹਾ ਟਰੰਕ 'ਚ ਪਿਆ ਹੋ ਜੇ ਸੁਣਦੇ ਨੂੰ ਪਿਆ ਹੋਊਗਾ ਮੇਰੇ ਕੋਲ। ਅੱਛਾ, ਇਹ ਰੋਜ਼ ਦਾ ਝਿੜਾ ਹੈ। ਅਤੇ ਉਹਦੇ ਵਿੱਚ ਜਿਹੜਾ ਹੈਗਾ ਧਰੂਣੀਆਂ, ਇਹ ਕਹਿ ਇਹ ਤੇਰੇ ਲਈ ਏਕ ਸਮੇਂ ਮਿਲਣ ਬਿਦਰਸੀ ਆਇਆ। ਆਦਰ ਤੇ ਸਤਿਕਾਰ ਨਾਲ ਮੈਂ ਆਸਣ ਠੀਕ ਵਿਛਾਇਆ।
ਦੋਵੇਂ ਜੋੜੇ ਹੱਥ ਬਿਦਰ ਨੇ ਚਰਨੀ ਸੀ ਸੁਨਮਾਇਆ। ਭਗਤ ਧਰੂ ਦੀ ਕਥਾ ਸੁਣਾ ਦੇ ਸਵਾਲ ਬੈਠ ਕੇ ਪਾਇਆ। ਚੰਨਣ ਸਿੰਘ ਬਡਰੈਸੂ ਵਾਲਾ ਢੋਡਿਆਂ ਕੋਲ ਬਤਾਇਆ ਦੁਆਰੇ ਆਸੀ ਦੇ ਆਸਣ ਕਿਵੇਂ ਵਿਛਾਇਆ। ਤੇਰੇ ਕਹੇ ਮੈਂ ਸੁਣੋ ਬਿਦਰ ਜੀ ਬਚਨ ਕਾਂਜਨ ਕੀਲਾ। ਮੰਨੂ ਸਿੰਘ ਦਾ ਤਾਨ ਪਾਤੇ ਸੂਰਜ ਬੰਸ ਕਬੀਲਾ। ਰਾਣੀ ਦਾ ਨਾ ਜਾਣ ਸੁਨੀਤਾ ਕਰਦੀ ਬਹੁਤ ਤਮੀਲਾਂ। ਪੁੱਤਰ ਬਾਜੇ ਉਦਾਸ ਰਹਿਣ ਜੋ ਨਾ ਕੋਈ ਬਣਦਾ ਹੀਲਾ। ਸੱਚੇ ਸਤਿਗੁਰ ਦੀ ਕੌਣ ਜਾਣਦਾ ਲੀਲਾ। ਤਾਨ ਪਤ ਨੂੰ ਕਹੇ ਸੁਨੀਤਾ ਸੁਰਤੀ ਐਨ ਲਗਾ ਲੈ। ਪੁੱਤਰ ਬਾਜ ਗਤੀ ਨਹੀਂ ਹੁੰਦੀ ਕਹਿੰਦੇ ਵੇਦ ਸੁਣਾ ਲੈ। ਰਾਜ ਪਗ ਸਭ ਜਾਵੇ ਸੁਨਾ ਸੱਚ ਪੱਤਰੀ ਪਰਤਿਆਲਾ। ਭਾਨ ਸਿੰਘ ਨੂੰ ਰਹਿ ਜੇ ਆਪਣਾ ਹੀਲਾ ਜਲਦ ਬਣਾ ਲੈ। ਆਖੇ ਰਾਜੇ ਨੂੰ ਤੂੰ ਸ਼ਾਦੀ ਕਰਵਾ ਲੈ। ਤਾਨ ਪਤ ਨੇ ਕਿਹਾ ਬੈਠ ਕੇ ਬੋਲੇ ਬੋਲ ਕਬੈੜੇ। ਚਿੱਟਾ ਦਾੜਾ ਪੀਲਾ ਹੋ ਗਿਆ ਹੋ ਗਈ ਜਾਨ ਦੁਪਹਿੜੇ। ਥੋੜਾ ਖੜਕੂ ਜੂ ਤੋਂ ਹਮੇਸ਼ਾ ਭਿੜਨ ਜਿਵੇਂ ਦੋ ਬਹਿੜੇ। ਫੜ ਕੇ ਗੁੱਤੋਂ ਹੇਠ ਸਿੱਟ ਲੂ ਜਾਵੇਂ ਭੁੱਲ ਪਦੈੜੀ। ਤੂੰ ਦੁੱਖ ਪਾਵੇਂ ਕਿਉਂ ਪੈਨੀ ਹੈ ਖੇੜੇ। ਕਹੇ ਸੁਨੀਤਾ ਸੁਣੋ ਪਤੀ ਜੀ ਚਰਨ ਪਕੜ ਕੇ ਬਹਿ ਜੇ। ਤੂੰ ਸ਼ਾਦੀ ਕਰਵਾ ਲਾ ਮੈਨੂੰ ਦੁੱਖ ਕਿੰਨਾ ਹੀ ਪੈ ਜੇ। ਨੀਵੀਂ ਹੋ ਕੇ ਕੱਟ ਲੂੰ ਆਪੇ ਸਮਝੋ ਸਹਿਜੇ ਸਹਿਜੇ। ਦੋ ਭਾਂਡੇ ਹੁਣ ਨਿੱਤ ਖੜਕਦੇ ਮੱਲੋ ਮੱਲੀ ਖਹਿ ਜੇ। ਮੈਂ ਤਾਂ ਕਹਿੰਦੀ ਹਾਂ ਨੌ ਦੁਨੀਆ ਤੇਰੇ ਜੀ। ਮੰਨ ਗਿਆ ਸੀ ਤੁਰਤ ਬਾਦਸ਼ਾਹ ਬਕਲ ਦਾ ਬੜਾ ਅਕਲ ਦਾ ਭੋਲਾ। ਕਹੇ ਰਾਣੀ ਦੇ ਵਿਆਹ ਕਰਵਾ ਲਾ ਐਨ ਖੇਡ ਕੇ ਹੋਲਾ। ਧੂਮ ਧਾਮ ਸੇ ਹੋ ਗਈ ਸ਼ਾਦੀ ਬਣ ਕੇ ਗਏ ਟੋਲਾ। ਪਲਟਣ ਹੇਠ ਰਸਾਲੇ ਘੋੜੇ ਅਫਸਰ ਕੱਢ ਕਲੋਲਾ। ਦੂਜੀ ਰਾਣੀ ਦਾ ਘਰੇ ਲਿਆਉਂਦਾ ਡੋਲਾ। ਜਦੋਂ ਸਰੂਚੀ ਰਾਣੀ ਆਈ ਵੱਡਾ ਲੜਨ ਦਾ ਕੰਡਾ। ਪਕੜ ਸੁਨੀਤਾ ਤਾਈਂ ਰਗੜੇ ਬਹੁਤ ਹਰਖ ਦਾ ਝੰਡਾ। ਪੱਟ ਸਿੱਟਦੀ ਵਾਲ ਗੁੱਤ ਦੇ ਨਾ ਛੱਡਦੀ ਇੱਕ ਫੰਡਾ। ਰਾਜਾ ਮੁੱਖੋਂ ਨਹੀਂ ਬੋਲਦਾ ਹੋ ਕੇ ਬਹਿ ਗਿਆ ਠੰਡਾ। ਚੰਨਣ ਸਿੰਘ ਮੈਂ ਚੰਗਾ ਰਹਿੰਦਾ ਘੜੀਓਂ ਅੰਦਰ ਰੰਡਾ। ਦੋਵਾਂ ਜਣੀਆਂ ਦਾ ਕਹਿੰਦਾ ਰੋਜ਼ ਖੜਕਦਾ ਡੰਡਾ। ਬਾਹੋਂ ਪਕੜ ਸੁਨੀਤਾ ਤਾਈਂ ਤਾਨ ਪਤ ਜੀ ਕਹਿ ਗਏ। ਦਿੱਤਾ ਝੱਟ ਦੁਹਾਗ ਰਾਣੀ ਨੂੰ ਘਰੋਂ ਕੱਢਣ ਸੀ ਡਹਿ ਗਏ। ਛੱਡੀ ਦੂਰ ਮਹਾਲਾ ਨਿਰਪ ਜੀ ਆਪ ਪਕੜ ਕੇ ਲੈ ਗਏ। ਵਾਂਸ ਫੜਾਦਾ ਵਿੱਚ ਹੱਥ ਦੇ ਭਾਨ ਸਿੰਘ ਦੁੱਖ ਰਹਿ ਗਏ। ਪਹਿਲੀ ਰਾਣੀ ਨੂੰ ਕਾਗੇ ਲਾਉਣੇ ਪੈ ਗਏ। ਸੁਰਚੀ ਦੇ ਸੀ ਪੁੱਤ ਜੰਮਿਆ ਬਹੁਤ ਹੋ ਗਈਆਂ ਜੇਤਾਂ। ਪੁੰਨ ਦਾਨ ਦਾ ਮੀਂਹ ਬਰਸਾਤਾ ਮਾਇਆ ਰਲੇ ਬਰੇਤਾਂ। ਬੜਾ ਸੱਚਾ ਬੇਪਰਵਾਹ ਵਾਹਿਗੁਰੂ ਵਰਸੇ ਕਲਰ ਖੇਤਾਂ। ਦਿਆਲ ਸੁਨੀਤਾ ਉੱਤੇ ਹੋਇਆ ਨਹੀਂ ਕਿਸੇ ਨੂੰ ਭੇਤਾਂ। ਕਾਗ ਡਾਉਂਦੀ ਨੂੰ ਪੁੱਤ ਰੱਬ ਨੇ ਦਿੱਤਾ। 1 2 3 4 ਸਾਲ ਤੋਂ ਬਰਸ ਪੰਜਵਾਂ ਆਵੇ। ਮੈਂ ਬਾਪੂ ਦੇ ਦਰਸ਼ਨ ਕਰਨੇ ਮਾਤਾ ਨੂੰ ਫਰਮਾਵੇ। ਕਹੇ ਸੁਨੀਤਾ ਹਟ ਜਾ ਬੱਚਿਆ ਕਾਹਨੂੰ ਆਣ ਲਹਾਵੇਂ। ਮਾਸੀ ਡੈਣ ਮਤੇਰ ਨੇਤਰਨ ਨਾਲ ਕਾਲਜਾ ਖਾਵੇ। ਤਾਨ ਪਤ ਨਹੀਂ ਬੋਲ ਸਕਦਾ ਅੱਖਾਂ ਨਾਲ ਡਰਾਵੇ। ਹਟ ਜਾ ਬੇ ਬੱਚਿਆ ਕਾਹਨੂੰ ਹੱਥ ਕਰਾਵੇਂ। ਕਹੇ ਤੂੰ ਹਟ ਪਿੱਛੇ ਮਾਤਾ ਦਰਸ਼ ਪਿਤਾ ਦੇ ਪਾਉਣਾ। ਤੁਸੀਂ ਬੁੱਢੀਆਂ ਬਹੁਤ ਭੋਈਆਂ ਮੁਖਤ ਕਰੋਧ ਵਧਾਉਣਾ। ਆਪੇ ਸਰੂਚੀ ਪਿਆਰ ਕਰੂਗੀ ਚਰਨੀ ਹੱਥ ਲਗਾਉਣਾ। ਚੰਨਣ ਸਿੰਘ ਤੇ ਭਾਨ ਸਿੰਘ ਨੇ ਕਿੱਸਾ ਜੋੜ ਛਪਾਉਣਾ। ਜਵਾਰ ਸੀਲੇ ਵੈਰੀ ਮਿੱਤ ਬਣਾਉਣਾ। ਮਤਾ ਮਾਤਾ ਪਾਸੋਂ ਆਗਾ ਲੈ ਕੇ ਤੁਰ ਮਨ ਨਾ ਹੋਇਆ। ਤਾਨ ਪਤ ਦੇ ਭਗਤ ਰੂਨੇ ਚਰਨੀ ਸੀ ਸਮੋਇਆ। ਰਾਜਾ ਕਰਦਾ ਲਾੜ ਧਰੂਣਾ ਉੱਤਮ ਕੋਲ ਖੜੋਇਆ। ਮੱਥਾ ਟੇਕਿਆ ਨਹੀਂ ਮੰਨਦੀ ਚੰਨਣ ਬਹੁਤ ਭਗੋਇਆ। ਦੇਖ ਸਰੂਚੀ ਦਾ ਭਸਮ ਕਾਲਜਾ ਹੋਇਆ। ਮਾਸੀ ਵੇਖੀ ਡੈਣ ਖਲੋਤੀ ਪਏ ਹਰਖ ਦੇ ਤੱਫੜ। ਰਾਜਾ ਭੌਂਦੂ ਨਹੀਂ ਬੋਲਦਾ ਨਾ ਪਾ ਸਕਦਾ ਜੱਫੜ। ਉਮਰ ਵਡੇਰੀ ਡਰੇ ਬਾਸਿਆ ਸੀਬੋਂ ਲਾਖੇ ਰੱਪੜ। ਚੰਨਣ ਸਿੰਘਾ ਠੀਕ ਦੱਸਿਆ ਨਹੀਂ ਮਾਰਿਆ ਗੱਪੜ। ਫੜ ਕੇ ਗੋਦੀ ਚੋਂ ਇੱਕ ਮਾਰਿਆ ਲੱਪੜ। ਉਸੇ ਵੇਲੇ ਤਾਨ ਪਤ ਦੀ ਗੋਦੀ ਵਿੱਚ ਉਠਾਇਆ। ਕਿਹੜੀ ਸੌਂਕਣ ਕੱਢੀ ਵੱਡੀ ਜੀ ਨੇ ਹੈ ਤੂੰ ਜਾਇਆ। ਤੂੰ ਕੀ ਲੱਗਦਾ ਸਾਡੇ ਘਰ ਦਾ ਅੱਖਾਂ ਕੱਢ ਡਰਾਇਆ। ਬੁੱਲ ਕਟਾਵੇਂਗਾ ਜੇ ਮੁੜ ਇੱਥੇ ਆਇਆ। ਰੋ ਕੇ ਉੱਥੋਂ ਤੂੰ ਤੁਰ ਗਿਆ ਸੁਨੀਤਾ ਕੋਲੇ। ਦੇਖ ਅਦਾਸ ਜੋ ਚੁੱਕ ਲਿਆ ਮਾਤਾ ਦਿੰਦੀ ਸੀ ਹਜ ਕੋਲੇ। ਨਾਲ ਪਿਆਰ ਦੇ ਪੁੱਛੇ ਮਾਤਾ ਕੁੱਲ ਹਕੀਕਤ ਖੋਲੇ। ਕੁੱਲ ਹਾਲਤ ਸਮਝਾਈ ਗੱਲਾਂ ਵਾਂਗ ਤਰਾਜੂ ਤੋਲੇ। ਮੋਰ ਮਾਰ ਕੁੱਟ ਕੇ ਘਰੋਂ ਕੱਢਦਾ ਬੋਲ ਚੰਦਰੇ ਬੋਲੇ। ਸੁਣ ਕੇ ਰਾਣੀ ਨੇ ਨੀਰ ਅੱਖਾਂ ਜੋ ਡੋਲੇ। ਹਾਏ ਮੈਂ ਤੈਨੂੰ ਸੀ ਆਖਿਆ ਪੁੱਤਰ ਮਾਸੀ ਬਹੁਤ ਕਪੱਤੀ। ਮੈਂ ਤਾਂ ਕਰਤੀ ਕਾਗ ਡਾਉਣੀ ਦੇ ਰਾਜੇ ਦੇ ਬੱਤੀ। ਸ਼ਹਿਰੋਂ ਮੰਦਰ ਦੂਰ ਪਵਾਤੇ ਵਿੱਚ ਇਸ ਦੇ ਕੱਤੀ। ਚੰਨਣ ਸਿੰਘ ਉਗਾਹੀ ਮੇਰਾ ਝੂਠ ਜਮਾਨੀ ਰੱਤੀ।
मैं पछताउनिया रुख लगा के हथी। उत्तम दा तापूर चढ़ गया की समझावां बाला, तेरा तप है मध्यम बच्चे कर्म दे गए टाला। तप करने से राज मिलेगा हरदम रहू उजाला। चन्नण सिंह नूं पुछ लै भावें नगर रैसू वाला, सच्चे सतगुर दी फेर बैठ के वाला। रही सबर संतोख नाल, रही सबर संतोख नाल तू धरूं बोलदा बचन। बचन गड्डे विच सीने तेरे धरूं लगा के सचन। गड़बी आसन हथ फड़ाता विच हत्थां दे जचन। डैन सरूची दे घ्यो दे दीवे मचन। मत्था टेक पै गया डंडी मत भगत किते ना रुकण। नंगे पैरी पै गए छाले चीसां पै पै दुखण। बाग पिता दे आसन लाया लाल किते ना लुकण। 5 साल दे वेखत नूं रिशी छपेरे चुकण। भान सिंह जा मुड़ जा घर नूं सास सरीरों मुकण। विच उजाड़ां दे कहंदा शेर बग्गे दे बुकण। रिशियां नूं कहा धरू ने एक दिन सब ने मरना है। 5 तत्त कलबूत बंदे दा भजन बिना नहीं तरना। बहुत बेशर्मी मुड़ा जे पुट्ठा मुश्किल मीना जरना। मासी कहे तपच्छी आया बुरा उसदा खरना। नाल तराने दे भस्म कालजा करना। नाल तराने दे कहंदा भस्म कालजा करना। उत्थों जदों गल सुन के चर्ज मन गया रिशी खलोते सारे। निक्की उम्र गल्लां की करदा वड्डे हौसले तारे। जा बच्चा कर भजन बैठ के पहुँच हरी दे द्वारे। भान सिंगा फल मिले भजन दा लैणे सुरग हलारे। धन सनीता दे जिसने जन्म सुधारे। थापी दे के धरूं तोरिया बूटा धर्म दा ला दे। उसे वेले पै गया रस्ते सुन के बोले उन्हां दे। बीन बजाई नारद मिलिया बनो बास विच राह दे। हथ जोड़ के डिग पिया चरनी मेरा काम बना दे। माला फेरदा कहंदा मैनू वल सकिया दे। नारद आखे भगत रूं तूं है जे न्याणा। किवें कढता घरों किसे ने किवें बीतिया पाना। मुश्किल होनी भगता औखा जो कमाना। चंगी चाहुंदा मुड़ जा घर नूं मैं तैनू समझाना। विच उजाड़ां दे कहंदा जानवरां ने खाना। नाम हमारा तू मुनि जी। माता जान सनीता मेरी जन्म तसी तान पत दे द्वारे। मासी डैन सरूची मेरी करते न्यारे न्यारे। माता जी नू वांस फड़ाता काग हमेशा कारे। की तैनू मैं दुख सुनावां नीर अखां जो डारे। रुल खुल के मैं चन्नण सिंगा फड़ ले चरण तुम्हारे। मुड़ के जाना नहीं टोटे होण हमारे। नाम हमारा तू मुनि जी बख्श नाम दा सीसा। बुरियां होण मतेरा मावां पैण कालजे चीसां। भगती करके राज लगावां करां वीर दियां रीसां। सरन पै दी आस पचा दे देवा खड़ा हदीसां। बाल न्याणे नूं कहंदा कर कोई बख्शीसां। नारद ने गुण बख्शे खड़ के मंत्र हिरदे चाढ़ी। ओम नमो ते तमो बसोणी हरदम नाड़ी नाड़ी। कंद मूल का तोड़ बना चों सुरत करी ना माड़ी। सतगुर मिल जूगा आके विच पहाड़ी। नारद दया पई समझावे 12 अखरे पढ़ना। काम क्रोध लोभ मोह तज के नहीं किसे ना लड़ना। ओम नमो ते जपो भगवत वासुदेवा संखड़ना। लुच्चे ते बदमाश आदमी कोल कदे नहीं खड़ना। पौड़ी सतगुर दी इक चित हो के चढ़ना। बर्मा दा पुत कहे धरू नूं क्यों होया चित महमे। जाके आख्या तान पत नूं क्यों होया बेरहमे। धरू सरुचि ने मनो बसारिया बचन बोल दी खेमे। बड़ नख कमजात नार दा पिया काम दे गहमे। बाल न्याणे नूं घरों कढता एवें। राणी है बनमात सरुचि तान पत समझांदा। मोड़न गया धरू नूं राजा राह विच घेरा पांदा। कहे धरू सुनो पिता जी काहनूं बखत गवांदा। मासी दा है बोल कसूता नाल बुरकीਆਂ खांदा। तेरे महलां नूं कहंदा मैं मुड़ के नहीं जांदा। दूजी वारी मोड़न खातर तैयार वजीर बनावे। नारद कहे हट के बैठ तू पिछे हुण मुड़ के ना आवे। भगती दा जस खट लैण दे क्यों नरकां विच पावें। नारद जी दे कहे भांसिया तान पत हर जावे। सारे जणिਆਂ नूं नारद मोड़ वहावे। एक मन हो के बैठ बनवी सुरती जदों टकाई। अठो पहर भजन में सुरती आहार छके ना राई।
ਆਸਣ ਇੰਦਰ ਦਾ ਡੋਲ ਗਿਆ ਦੇਵੇ ਖੜਾ ਦੁਹਾਈ, ਸੱਤੇ ਦੀਪਤਾ ਖੋਲ ਲਊਗਾ ਧਰਤੀ ਕੁੱਲ ਹਿਲਾਈ, ਇਕੱਠੇ ਹੋ ਕੇ ਕਹਿਣ ਦੇਵਤੇ ਧਰਤਪਤੀ ਦੇ ਤਾਈ, ਰਾਖਸ਼ ਭੇਜ ਹੁਣੇ ਸੂਤੀ ਦੀ ਦਲਾਈ। ਇੰਦਰ ਨੇ ਰਾਖਸ਼ ਭੇਜਿਆ ਸਭ ਕਾਰਨ ਸਮਝਾਇਆ, ਬਣ ਕੇ ਗਈ ਸੁਨੀਤਾ ਸਾਵੀਂ ਸਾਰਾ ਜੋਰ ਲਗਾਇਆ, ਅੱਖਾਂ ਮੀਟ ਲਗਾ ਲਈ ਤਾੜੀ ਬਣ ਕੇ ਸ਼ੇਰ ਡਰਾਇਆ, ਦਸਵੇਂ ਦੁਆਰੇ ਸਿੱਟੇ ਖਿੱਚੇ ਸਾਸ ਨੂੰ, ਦਸਵੇਂ ਦੁਆਰੇ ਖਿੱਚੇ ਸਾਸ ਨੂੰ ਰਾਖਸ਼ ਪੇਰ ਹਰਾਇਆ, ਤੁਰ ਕੇ ਰਾਖਸ਼ ਦੇ ਕੋਲ ਇੰਦਰ ਦੇ ਆਇਆ। ਇੰਦਰ ਨੇ ਭਗਵਾਨ ਪਾਸਦਾ ਕੀਤਾ ਇਹ ਬਿਆਨਾ, ਰਾਜ ਖੋਸਰੂ ਸਾਰਾ ਭਗਤ ਨੂੰ ਆ ਨਿਆਣਾ, ਦੀਆ ਦਾਸ ਫਿਰ ਕਰੋ ਛੇਤੀ ਕੋਲੇ ਉਸ ਦੇ ਜਾਨਾ, ਮਨ ਬੇਨਤੀ ਦੀਨ ਫੰਦੂ ਜੀ, ਹੋ ਗਏ ਝੱਟ ਰਵਾਨਾ, ਗਰੜ ਸਵਾਜ ਤੇ ਪਹੁੰਚ ਗਿਆ ਭਗਵਾਨ। ਸਰਬ ਕਲਾ ਸਮਰੱਥ ਸੁਆਮੀ ਕੋਲ ਭਗਤ ਦੇ ਆਇਆ, ਬਿਰਤੀ ਦੇਖ ਆਖਦਾ ਬਹਿ ਕੇ ਮੰਗ ਬਚਾ ਦਿਲ ਪਾਇਆ, ਮਰੂ ਸਰੂਚੀ ਕਸ਼ਟ ਭੋਗ ਕੇ ਜਿਸਨੇ ਜਨਮ ਕਮਾਇਆ, ਸੱਚੇ ਸਤਿਗੁਰੂ ਕਹਿੰਦਾ ਜਗ ਤੇ ਸੋਹਣੀ ਮਾਇਆ। ਜਾ ਮਿਲੇ ਆਪਣੇ ਮਾਤ ਪਿਤਾ ਨੂੰ ਵਾਹਿਗੁਰੂ ਕਹਿਣ ਜ਼ਬਾਨੀ, ਬਾਂਗ ਪਿਤਾ ਦੇ ਖਿੱਚਿਆ ਅਰਸਿਆਂ ਉਮਰ ਦੇਖ ਕੇ ਨਿਆਨੀ, ਗੱਦੀ ਚੱਕ ਬਹਾਇਆ ਆਖੇ ਚੰਨਣ ਸਿੰਘ ਗਿਆਨੀ, ਹੁਕਮ ਚਲਾਇਆ ਸੀ ਕਹਿੰਦਾ ਜਦੋਂ ਤੱਕ ਜ਼ਿੰਦਗਾਨੀ। ਰਹੀ ਰਸਨੇ ਸੀ ਮੌਜਾਂ ਕਰੀਆਂ ਮੂੰਹ ਸੱਤਿਆ ਦੇ ਬਰਸਣ, ਜਦੋਂ ਆਰਜਾ ਭਈ ਸਪੂਰਨ ਦੁੱਖ ਦੀ ਦਾ ਹੱਸਣ, ਚੰਨਣ ਸਿੰਘ ਦੇ ਭਾਨ ਸਿੰਘ ਨੇ ਠੀਕ ਲਗਾ ਲਏ ਪਰਛਣ, ਦੁਆਰੇ ਸਤਿਗੁਰ ਦੇ ਕਹਿੰਦਾ ਦੁਨੀਆ ਕਰਦੀ ਦਰਸ਼ਨ। ਲੋ ਭਈ ਸਪੂਰਨ।